तो उधर चंडीगढ़ दे विच हर साल की तरह इस साल भी मिलिटरी लिटरेचर फेस्ट करवाया गया, जिथे भारतीय फौज दे नाल जुड़े चिन्हां ते होर चीज़ां की प्रदर्शनी लगाई गई है, जिस दे विच बच्चों नूं फौज की बहादरी अते बलिदान तो जाणू करवाया गया। चंडीगढ़ दे विच हर साल की तरह इस साल भी मिलिटरी लिटरेचर फेस्ट ऑर्गेनाइज किया गया। अज इस मिलिटरी लिटरेचर फेस्ट की ओपनिंग की गई है तो इस दे विच कई ਇਹੋ ਜਿਹੀ चीज़ां ਹੁੰਦੀਆਂ ਜਿਹੜੀ कि खास कर दुनिया ਨੂੰ खास तौर ਤੇ नवी जनरेशन ਨੂੰ नवी पनीरी ਨੂੰ ਦੱਸਣੀ ਜ਼ਰੂਰੀ ਹੈ कि आर्मी ਵੱਲੋਂ ਕੀ ਕੁਝ ਜਿਹੜੇ ਕਿ ਯੋਗਦਾਨ ਦਿੱਤਾ ਗਿਆ देश ਦੇ ਲਈ। देश ਦੀ ਜਦੋਂ ਆਜ਼ਾਦੀ ਹੋਈ ਸੀ ਉਸ ਤੋਂ ਬਾਅਦ ਕਿੰਨੀਆਂ ਕੁ ਜੰਗਾਂ ਲੜੀਆਂ ਗਈਆਂ, किस ਤਰੀਕੇ ਦੇ ਨਾਲ ਬਰੇਵਰੀ ਜਿਹੜੀ ਕੀ ਹੈ ਉਹ ਇੰਡੀਅਨ ਆਰਮੀ ਵੱਲੋਂ ਦਿਖਾਈ ਗਈ ਹੈ। उन तमाम चीज़ां ਦੇ ਲਈ ਜਿਹੜਾ ਕਿ ਮਿलिटरी लिटरेचर फेस्ट ऑर्गेनाइज किया जाता है। तो आओ तुहानूं दिखाने आ इस बार मिलिटरी लिटरेचर फेस्ट दे विच की कुछ है खास। जिस इस वक्त सैक्शन दे विच असीं मौजूद हाँ, इत्थे काफ़ी कुछ यादगार चीज़ां मौजूद ने तो कर्नल हरबख्श सिंह जी इस चीज़ दे विच साडी मदद करांगे। कर्नल साहब, सब तो पहला ये गोल्ड स्टैंप्स जिहड़ी की है असीं देख रहे हैं एक अलग जी चीज़ है, इसका मकसद की सीगा ते इन्हां दे मायने की? ये साडे पुराने प्रेजिडेंट अब्दुल कलाम साहब ने सोचा सी कि देश का जिहड़ा मान है और जिहड़े लैंडमार्क अचीवमेंट्स हैगियां साडे देश दियां, जिस तरह आज़ादी मिली, असी 1952 विच रिपब्लिक बने, फिर साडे मिसाइल लॉन्च होए, फिर साडा सत्यजीत रे जी नूं ऑस्कर मिलिया ते रविंद्रनाथ टैगोर जी नूं नोबल प्राइज़ मिलिया। तो इस आंदी दुनिया नूं याद रहना चाहिए और अगली जनरेशन भी इन्हां नूं वेख के मोटिवेट होनी चाहिए है जी। इस तो इलावा क्योंकि देखो कई ਇਹੋ ਜਿਹੀ ਜੰਗਾਂ ਨੇ ਜਿਨ੍ਹਾਂ ਨੂੰ ਅਸੀਂ ਯਾਦ ਜ਼ਰੂਰ ਕਰਦੇ ਹਾਂ ਤੇ ਉਹਨਾਂ ਦੇ ਇੱਥੇ ਯਾਦਗਾਰ ਚਿੰਨ੍ਹ ਕਾਫੀ ਮੌਜੂਦ ਨੇ, ਜਿਵੇਂ ਕਿ ਤੁਸੀਂ ਦੱਸ ਰਹੇ ਸੀਗੇ ਕਿ ਜਿਹੜੇ ਕਿ ਬ੍ਰਿਗੇਡੀਅਰ ਚਾਂਦਪੁਰੀ, ਹਾਂਜੀ, ਉਹਨਾਂ ਦੀ ਇੱਕ ਯਾਦਗਾਰ ਇੱਥੇ ਮੌਜੂਦ ਹੈ, ਉਹ ਕਿਹੜੀ ਹੈ ਉਹ ਦੱਸਿਓ ਜਰਾ। ਇਹ ਬ੍ਰਿਗੇਡੀਅਰ ਚਾਂਦਪੁਰੀ ਸਾਹਿਬ ਦਾ ਸਿਗਨੇਚਰ ਹੈਗਾ। ਇਹ ਜਦੋਂ ਬੈਟਲ ਆਫ ਲੋਂਗੇਵਾਲਾ ਸੀ, ਹਾਂਜੀ, ਤੇ ਉਹਦੇ ਇਹਨਾਂ ਦੇ ਗੁਜ਼ਰਨ ਤੋਂ ਪਹਿਲੇ ਖਾਲੀ 6 ਮਹੀਨੇ ਪਹਿਲੇ ਮੇਰਾ ਸੁਭਾਗਿਆ ਹੋਇਆ ਕਿ ਮੈਂ ਉਹਨਾਂ ਨਾਲ ਸਾਈਨ ਲੈ ਸਕਿਆ। ਇੱਥੇ ਤੁਸੀਂ ਦੇਖੋਗੇ ਇਹ ਜਿਸ ਤਰ੍ਹਾਂ ਇਹ ਅਬਦੁਲ ਹਮੀਦ ਜੀ ਹੈ, 1965 ਦੇ ਵਾਰ ਵਿੱਚ ਇਹਨਾਂ ਨੇ ਟੈਂਕ ਉਡਾਏ ਸੀ। ਤੇ ਇਹ ਇਸ ਤਰ੍ਹਾਂ ਸਾਡੀ ਜਿੰਨੀਆਂ ਆਰਮੀ ਦੇ ਫਰਸਟ ਡੇ ਕਵਰਸ ਹੈ ਉਹਨਾਂ ਵਿੱਚ ਕਿਸੇ ਵਿੱਚ ਗੋਲਡਨ ਜੁਬਲੀ, ਕਿਸੇ ਵਿੱਚ ਲੜਾਈ ਦੀ, ਹੁਣ ਇਹ ਬੈਟਲ ਆਫ ਸਾਰਾਗੜੀ ਹੈ ਇਹ ਸਿੱਖ ਰੈਜੀਮੈਂਟ ਦੀ। ਤੇ ਇਸੇ ਤਰ੍ਹਾਂ ਹਰ ਇੱਕ ਦੇ ਆਪਣੇ ਆਪਣੇ ਲੜਾਈ ਦੇ ਨਿਸ਼ਾਨ ਜਾਂ ਉਹਨਾਂ ਨੂੰ ਕੋਈ ਮਸ਼ਹੂਰ ਉਹਨਾਂ ਦੀ ਗੋਲਡਨ ਜੁਬਲੀ ਹੋਈ ਹੈ। ਹੁਣ ਇਹ ਕੈਪਟਨ ਬਾਨਾ ਸਿੰਘ ਹੈ, ਪਰਮਵੀਰ ਚੱਕਰ, ਇਹ ਸਿਆਚਿਨ ਦੀ ਲੜਾਈ ਵਿੱਚ ਇਹਨਾਂ ਨੂੰ ਇਹ ਪਰਮਵੀਰ ਚੱਕਰ ਮਿਲਿਆ ਸੀ, ਇਹ ਉਹਨਾਂ ਦੇ ਸਿਗਨੇਚਰਸ ਨੇ। ਤੇ ਮੈਂ ਵੀ ਫਿਰ ਜਦੋਂ ਇਹਨਾਂ ਨੂੰ ਮਿਲਿਆ ਉਹਨਾਂ ਦੇ ਸਿਗਨੇਚਰ ਲੈਣ ਤੋਂ ਬਾਅਦ ਫਿਰ ਮਨ ਵਿੱਚ ਆਇਆ ਕਿ ਅਸੀਂ ਵੀ ਕਵਿਤਾ ਲਿਖੀਏ ਤੇ ਫਿਰ ਸਿਆਚਿਨ ਦੇ ਬਾਰੇ ਇੱਕ ਕਵਿਤਾ ਲਿਖੀ ਕਿ ਵੀ ਕਿਉਂਕਿ ਮੈਂ ਵੀ ਉੱਥੇ ਸਰਵ ਕੀਤਾ ਸੀ ਕਿ ਉੱਥੇ ਕੀ ਗੁਜ਼ਰਦਾ ਇੱਕ ਬੰਦੇ ਦੇ ਦਿਲ ਤੇ ਜਦੋਂ -70 ਦੇ ਟੈਂਪਰੇਚਰ ਵਿੱਚ ਉਹ ਆਪਣੀ ਜਾਨ ਦੇ ਉੱਤੇ ਖੇਡ ਕੇ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ ਤੇ ਉਹਦੇ ਮਨ ਵਿੱਚ ਕੀ ਭਾਵਨਾਵਾਂ ਆਉਂਦੀਆਂ ਆਪਣੇ ਪਰਿਵਾਰ ਤੋਂ ਦੂਰ। ਔਰ ਸਾਡੇ ਮਾਤਾ ਜੀ ਨੇ ਵੀ ਸਾਨੂੰ ਨਹੀਂ ਪਛਾਣਿਆ ਸੀ ਜਦੋਂ ਅਸੀਂ ਵਾਪਸ ਗਏ ਕਿਉਂਕਿ 12 ਕਿਲੋ ਵਜ਼ਨ ਘਟ ਗਿਆ ਸੀ, ਦਾੜਾ ਸ਼ਾੜਾ ਸਾਰਾ ਝੜ ਗਿਆ ਸੀ -70 ਚ ਰਹਿ ਕੇ, ਕਾਲਾ ਇੱਕਦਮ ਚਿਹਰਾ। ਤੇ ਮਗਰ ਇਹ ਸੁੱਖ ਮਿਲਦਾ ਹੈ ਇਹ ਸਾਰਾ ਸਰਵਿਸ ਕਰਨ ਤੋਂ ਬਾਅਦ ਕਿ ਚਲੋ ਆਪਣੇ ਦੇਸ਼ ਦੇ ਕਿਸੇ ਕੰਮ ਤੇ ਆਏ। ਜੀ ਬਿਲਕੁਲ। तो साफ तौर पर गल की जाए कि बेशक बॉलीवुड वालों पॉलीवुड वालों काफ़ी यहो जी मूवीज़ बनाई जाती ने जिस दे विच मिलिटरी की जी बहादुरी है उसनूं जिहड़ा कि दर्शाया जाता, लेकिन जदों भी नैशनलिज्म की गल की जाती, जो देश भगती की गल की जाती है, बॉर्डर मूवी एक यहो जी मूवी है जिहड़ी कि सानूं हमेशा याद आती है। तो बॉर्डर मूवी लोंगेवाला पोस्ट के उपर जी बनाई गई सी, ब्रिगेडियर चांदपुरी जिहड़े उत्थे मौजूद सीगे जिन्हां नूं एक जिम्मेवारी इस पोस्ट की दित्ती गई सी, ਉਹਨਾਂ ਦੇ ਸਾਈਨ ਵੀ ਇੱਥੇ ਮੌਜੂਦ ਨੇ। ਜਾਣੀ ਕਿ तमाम ਉਹ ਲੋਕ ਨੇ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ, ਦੇਸ਼ ਦੀ ਰਾਖੀ ਕਰਨ ਲਈ, ਦੇਸ਼ ਦੀ ਜਿਹੜੇ ਬਾਰਡਰਸ ਨੇ ਉਹਨਾਂ ਦੀ ਰਾਖੀ ਕਰਨ ਦੇ ਲਈ, ਤਾਂ ਕਿ ਜਿਹੜੇ ਦੇਸ਼ ਵਾਸੀ ਨੇ ਉਹ ਚੈਨ ਦੀ ਨੀਂਦ ਜਿਹੜੀ ਕਿ ਲੈ ਸਕਣ। ਉਸ ਦੇ ਲਈ ਖਾਸ ਤੌਰ ਤੇ ਇਨ तमाम ਲੋਕਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਤੇ ਅੱਜ ਇਹਨਾਂ ਦੀ ਯਾਦਗਾਰ ਚਿੰਨ੍ਹ ਵੀ ਇੱਥੇ ਮੌਜੂਦ ਨੇ। ਇਸ ਤੋਂ ਇਲਾਵਾ ਜਿਹੜਾ ਵੈਪਨ ਡਿਸਪਲੇ ਹੈ ਉਸ ਦੇ ਬਾਰੇ ਵੀ ਤੁਹਾਨੂੰ ਹੁਣ ਦੱਸਦੇ ਹਾਂ।
ਮਿਲਟਰੀ ਲਿਟਰੇਚਰ ਫੈਸਟ ਦੇ ਵਿੱਚ ਸਾਡੇ ਨਾਲ ਜਨਰਲ ਸ਼ੇਰਗਿਲ ਮੌਜੂਦ ਨੇ। ਸ਼ੇਰਗਿਲ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜ਼ੀ ਮੀਡੀਆ ਤੇ ਅੱਜ ਦੇ ਇਸ ਪੂਰੇ ਮਿਲਟਰੀ ਲਿਟਰੇਚਰ ਫੈਸਟ ਨੂੰ ਵੇਖਦੇ ਹੋਏ ਤੁਹਾਨੂੰ ਕੀ ਇਹ ਚੀਜ਼ ਲੱਗਦੀ ਹੈ ਕਿ ਜਿਹੜੇ, ਕਿਉਂਕਿ ਦੇਖੋ ਬੱਚੇ ਅਸੀਂ ਦੇਖ ਰਹੇ ਹਾਂ, ਆ ਕੇ ਦੇਖ ਰਹੇ ਹਾਂ ਇਨ ਟੈਂਕਸ ਨੂੰ ਜਿਹੜੇ ਕਿ ਕਦੇ ਵਾਰਸ ਦੇ ਵਿੱਚ ਯੂਜ਼ ਹੋਏ, ਇਸਤੇਮਾਲ ਹੋਏ, ਉਨ ਚੀਜ਼ਾਂ ਨੂੰ ਵੇਖ ਕੇ ਕਿੱਦਾਂ ਲੱਗਦਾ ਤੁਹਾਨੂੰ, ਕਿੱਦਾਂ ਕੁ ਵਧੀਆ ਉਪਰਾਲਾ ਹੈ ਜਿਹੜਾ ਕਿ ਇਹ ਕੀਤਾ ਜਾ ਰਿਹਾ? ਇਹ ਜਿਹੜੇ ਬੱਚੇ ਵੇਖ ਰਹੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜੇ ਫੌਲਾਦੀ ਦਸਤੇ ਨੇ ਇਹ ਕਿਹੋ ਜਿਹੇ ਨੇ ਔਰ ਕਿਵੇਂ ਕੰਮ ਕਰਦੇ ਨੇ। ਤੁਹਾਨੂੰ ਪਤਾ ਹੈ ਕਿ ਯੂਕਰੇਨ ਵਿੱਚ ਲੜਾਈ ਹੋ ਰਹੀ ਹੈ ਜੀ, ਔਰ ਇਹ ਜਿਹੜੇ ਫੌਲਾਦੀ ਦਸਤੇ ਨੇ ਉਸ 'ਤੇ ਇਸਤੇਮਾਲ ਕੀਤੇ ਜਾ ਰਹੇ ਨੇ। ਇਹ ਵੀ ਪਤਾ ਹੈ ਕਿ ਇਹ ਕਿਸ ਤਰ੍ਹਾਂ ਦੁਸ਼ਮਣ ਨੂੰ ਤੋੜ ਸਕਦੇ ਨੇ, ਨਾਲੇ ਇਹ ਕਿਵੇਂ ਤੋੜੇ ਜਾ ਸਕਦੇ ਨੇ, ਕਿਉਂਕਿ ਹੁਣ ਨਵਾਂ ਜ਼ਮਾਨਾ ਆ ਗਿਆ। ਸਿਰਫ ਇੰਨਾ ਨਹੀਂ ਕਿ ਤੁਹਾਡੇ ਕੋਲ ਹਥਿਆਰ ਹੋਣ, ਪਰ ਆਪਣਾ ਬਚਾਓ ਵੀ ਹੋਣਾ ਚਾਹੀਦਾ ਹੈ। ਤਾਂ ਅੱਜ ਕੱਲ IT ਸਪੈਕਟਰਮ ਜਿਹੜਾ ਹੈਗਾ ਉਹ ਬੜਾ ਤਕੜਾ ਹੋ ਗਿਆ, ਕਿਉਂਕਿ ਇਹ ਜਿਹੜੇ ਜਿੰਨੇ ਵੀ ਟੈਂਕ ਜਾਂ ਹੋਰ ਇੱਥੇ ਖਲੋਤੇ ਨੇ ਇਹ ਮਹਿੰਗੇ ਨੇ, ਔਰ ਜੇ ਤੁਹਾਡੇ ਕੋਲ ਹਥਿਆਰ ਹੈਗਾ ਇਹਨਾਂ ਨੂੰ ਤੋੜਨ ਲਈ, ਜਿਹੜਾ ਬਿਲਕੁਲ ਹੀ ਮਾਮੂਲੀ ਰੁਪਏ ਲਈ ਤੁਸੀਂ ਟੈਂਕ ਤੋੜ ਸਕਦੇ ਹੋ, ਤੇ ਉਹ ਨਾ ਸਾਡੇ ਟੈਂਕਾਂ ਲਈ ਔਰ ਬਾਕੀ ਜਿਹੜੇ ਫੌਲਾਦੀ ਦਸਤੇ ਨੇ ਇਹਨਾਂ ਲਈ ਮੁਸ਼ਕਿਲ ਪੈ ਜਾਂਦੀ ਹੈ। ਸੋ ਅੱਜ ਕੱਲ ਦੌੜ ਹੈਗੀ ਹੈ ਕਿ ਡਰੋਨ ਜਿਹੜੇ ਆਉਂਦੇ ਨੇ ਉਹਨਾਂ ਨੂੰ ਕਿਵੇਂ ਥੱਲੇ ਲਾਇਆ ਜਾਏ ਔਰ ਨਿਊਟਰਲਾਈਜ਼ ਕੀਤਾ ਜਾਏ, ਔਰ ਤਰੀਕਾ ਸਿਰਫ ਇੱਕੋ ਹੀ ਹੋਏਗਾ IT ਸਪੈਕਟਰਮ ਦਾ, ਕਿਉਂਕਿ ਉਹਨਾਂ ਜਿਹੜੇ ਹੁਕਮ ਆ ਰਹੇ ਨੇ ਡਰੋਨਸ ਨੂੰ ਉਹਨੂੰ ਕਿਵੇਂ ਖਰਾਬ ਕਰਨਾ, ਰੋਕਣਾ। ਤੇ ਮਤਲਬ ਕਿਹਾ ਜਾਵੇ ਕਿ ਜੋ ਜੰਗ ਪਹਿਲਾਂ ਲੜੀ ਜਾਂਦੀ ਸੀਗੀ ਅੱਜ ਕੱਲ ਉਹ ਜੰਗ ਨਹੀਂ ਲੜੀ ਜਾਂਦੀ, ਬਲਕਿ ਤਰੀਕੇ ਕਿਹਾ ਜਾਵੇ ਨਿਜ਼ਾਮ ਚੇਂਜ ਹੋ ਚੁੱਕੇ ਨੇ। ਇਸੇ ਪ੍ਰਿੰਸੀਪਲ ਜਿਹੜੇ ਹੁੰਦੇ ਨੇ ਜੰਗ ਦੇ ਉਹ ਬਦਲ ਗਏ ਨਹੀਂ, ਠੀਕ ਹੈ। ਇਹ ਸਿਰਫ ਤਰੀਕੇ ਹੈਗੇ ਨੇ, ਅਲੱਗ ਹਥਿਆਰ ਹੈਗੇ ਨੇ ਜਿਹੜੇ ਥੋੜੇ ਜਿਹੇ ਤੁਹਾਨੂੰ ਬਦਲੀ ਕਰਨੇ ਪੈਣਗੇ ਤਾਂ ਕਿ ਸਾਨੂੰ ਮਾਰਨਾ ਪਵੇ ਔਰ ਆਪਾਂ ਮਾਰ ਸਕੀਏ, ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ। ਤਾਂ ਅਸੀਂ ਸਾਡੇ ਨਾਲ ਜਨਰਲ ਟੀ.ਐਸ. ਸ਼ੇਰਗਿਲ ਜਿਨ੍ਹਾਂ ਨੇ ਦੱਸਿਆ ਕਿ ਜੋ ਵੈਪਨਸ ਇੱਥੇ ਡਿਸਪਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਵੇਖਿਆ ਜਾ ਸਕਦਾ ਤੇ ਨਾਲ ਦੇ ਨਾਲ ਕੀ ਕੁਝ ਜਿਹੜਾ ਕਿ ਉਸ ਦੀ ਅਹਿਮੀਅਤ ਹੈ। ਜੇਕਰ ਗੱਲ ਕੀਤੀ ਜਾਵੇ ਨਵੀਂ ਜਨਰੇਸ਼ਨ ਨੂੰ ਇਹ ਵੈਪਨਸ ਜਿਹੜੇ ਕੀ ਹੈ ਉਹ ਦਿਖਾਏ ਜਾ ਰਹੇ ਆ ਤਾਂ ਉਹਨਾਂ ਨੂੰ ਪਤਾ ਵੀ ਹੋਣਾ ਚਾਹੀਦਾ ਕਿ ਕਿਸ ਤਰੀਕੇ ਦੇ ਵੈਪਨਸ ਦਾ ਇਸਤੇਮਾਲ ਕਰਕੇ ਜਿਹੜਾ ਕੀ ਹੈ ਦੇਸ਼ ਦੀ ਸਰਹੱਦਾਂ ਦੀ ਰਾਖੀ ਕੀਤੀ ਜਾ ਰਹੀ ਹੈ। ਇਹ तमाम ਉਹ ਵੈਪਨਸ ਨੇ ਜੋ ਕਿ ਇੰਡੀਅਨ ਆਰਮੀ ਦੁਆਰਾ ਯੂਜ਼ ਕੀਤੇ ਜਾਂਦੇ ਨੇ ਤੇ ਇਹ ਅੱਜ ਵੈਪਨਸ ਜਿਹੜੇ ਕੀ ਇੱਥੇ ਚੰਡੀਗੜ੍ਹ ਦੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਵਿੱਚ ਲੋਕਾਂ ਨੂੰ ਡਿਸਪਲੇ ਕੀਤੇ ਜਾ ਰਹੇ ਨੇ, ਖਾਸ ਤੌਰ ਤੇ ਨੌਜਵਾਨਾਂ ਨੂੰ, ਨੌਜਵਾਨ ਪੀੜ੍ਹੀ ਨੂੰ, ਤਾਂ ਕਿ ਨੌਜਵਾਨ ਪੀੜ੍ਹੀ ਨੂੰ ਮਿਲਟਰੀ ਬਾਰੇ ਅਵੇਅਰਨੈਸ ਵੀ ਹੋਏ, ਉਹਨਾਂ ਨੂੰ ਪਤਾ ਵੀ ਲੱਗੇ ਕਿ ਕਿਸ ਤਰੀਕੇ ਨਾਲ ਦੇਸ਼ ਦੀ ਸੀਮਾ ਦੀ ਰਾਖੀ ਜਿਹੜੀ ਕੀ ਹੈ ਉਹ ਕੀਤੀ ਜਾਂਦੀ ਹੈ ਮਿਲਟਰੀ ਵੱਲੋਂ, ਡਿਫੈਂਸ ਸਰਵਿਸਿਜ਼ ਵੱਲੋਂ, ਤੇ ਕੀ ਕੁਝ ਕਠਿਨਾਈਆਂ ਦਾ ਸਾਹਮਣਾ ਕਰਕੇ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਅਮਨ ਸ਼ਾਂਤੀ ਦੇ ਨਾਲ ਜੀ ਰਹੇ ਨੇ, ਰਹਿ ਰਹੇ ਨੇ, ਉਹਨਾਂ ਦੇ ਲਈ ਕੀ ਕੁਝ ਕੁਰਬਾਨੀਆਂ ਜਿਹੜੀ ਕੀ ਹੈ ਉਹ ਡਿਫੈਂਸ ਸਰਵਿਸਿਜ਼ ਨੂੰ ਦੇਣੀ ਪੈਂਦੀ ਹੈ ਤੇ ਕਿਹੜੇ ਔਖੀ ਸਿਚੁਏਸ਼ਨਸ ਤੋਂ ਨਿਕਲਣਾ ਪੈਂਦਾ। ਕੈਮਰਾਮੈਨ ਭਰਤ ਦੇ ਨਾਲ ਅਨਮੋਲ ਸਿੰਘ ਗੁਲਾਟੀ, ਜ਼ੀ ਮੀਡੀਆ, ਚੰਡੀਗੜ੍ਹ।